ਪਹਿਲਾ ਸਵਾਲ ਤੇ ਇਹ ਵੇ ਤੁਹਾਨੂੰ ਕਿ ਇਹ ਜਿਹੜੀ ਪਸ਼ੂ ਹੁੰਦੇ ਨੇ, ਮੱਝੀ ਨੇ, ਮੱਝੀ ਗਾਈ, ਇਹਨਾਂ ਦਾ ਕੋਈ ਫਿਰਕਾ, ਕੋਈ ਮਜ਼ਹਬ ਹੁੰਦਾ? ਨਹੀਂ ਹੁੰਦਾ, ਯਕੀਨਨ ਨਹੀਂ ਹੁੰਦਾ। ਇਹ ਸਦੀਆਂ ਤੋਂ, ਹਜ਼ਾਰਾਂ ਸਾਲ ਤੋਂ ਆਪਣੀ ਨਸਲ ਪਾਲਦੇ ਆ ਰਹੇ ਨੇ ਔਰ ਆਪਣੀ ਧਰਤੀ ਦੇ ਵਾਸੀਆਂ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਿਲ ਹੈ, ਉਹਨੂੰ ਵੀ ਪਾਲਦੇ ਆ ਰਹੇ ਨੇ। ਇਹ ਸਭ ਤੋਂ ਵੱਡੇ ਨੈਸ਼ਨਲਿਸਟ ਇਹ ਹੁੰਦੇ ਨੇ, ਆਪਣੀ ਧਰਤੀ ਨਾਲ ਜੁੜੇ, ਸਿਰ ਸਿੱਟ ਕੇ ਖਿਦਮਤ ਕਰਦੇ ਨਸਲ ਦਰ ਨਸਲ, ਕੋਈ ਇਹਨਾਂ ਨੂੰ ਪਰਵਾਹ ਨਹੀਂ ਹੁੰਦੀ। ਮੈਂ ਸੋਚ ਰਿਹਾ ਸਾਂ ਕਿ ਬਾਕੀ ਜਗ੍ਹਾ 'ਤੇ, ਹਰ ਜਗ੍ਹਾ ਲੋਕਾਂ ਨੂੰ ਧਰਤੀ ਨਾਲ ਪਿਆਰ ਹੈ, ਮਾਂ ਬੋਲੀ ਨਾਲ ਪਿਆਰ ਹੈ, ਮਾਂ ਧਰਤੀ ਨਾਲ ਪਿਆਰ ਹੈ। ਸਾਡੇ ਪੰਜਾਬ 'ਚ ਕਿਉਂ ਨਹੀਂ? ਇਹਦੀਆਂ ਦੋ ਵਜ੍ਹਾ ਨੇ, ਦੋ ਵਜੂਹਾਤ ਨੇ ਬੜੀਆਂ ਬੁਨਿਆਦੀ ਔਰ ਅਹਿਮ। ਔਰ ਮੇਰੇ ਜਿਹੜੇ ਵੀਰ ਵੇਖ ਰਹੇ ਨੇ, ਉਹ ਜਿਹੜੇ ਨੈਸ਼ਨਲਿਜ਼ਮ ਨਾਲ ਇੰਟਰਸਟਿਡ ਨੇ, ਖਾਸ ਤੌਰ 'ਤੇ ਪੰਜਾਬੀ ਨੈਸ਼ਨਲਿਜ਼ਮ ਨਾਲ, ਉਹਨਾਂ ਨੂੰ ਮੈਂ ਦੋ ਗੁਜ਼ਾਰਿਸ਼ਾਤ ਪੇਸ਼ ਕਰਨੀਆਂ ਚਾਹਨਾ। ਇੱਕ ਤਾਂ ਸਭ ਤੋਂ ਵੱਡੀ ਸਾਡੇ ਪੰਜਾਬ 'ਚ ਨੈਸ਼ਨਲਿਜ਼ਮ ਦੇ ਮਜ਼ਬੂਤ ਨਾ ਹੋਣ ਦੀ ਜਿਹੜੀ ਬੁਨਿਆਦੀ ਤਰੀਨ ਵਜ੍ਹਾ, ਉਹ ਹੈ ਬਰਾਦਰੀਜ਼ਮ। ਔਰ ਦੂਸਰੀ ਜਿਹੜੀ ਵਜ੍ਹਾ ਹੈ ਉਹ ਉਸ ਤੋਂ ਵੀ ਵੱਡੀ ਹੈ, ਉਹ ਹੈ ਫਿਰਕਾਵਾਰੀਅਤ। ਜੇ ਤੁਸੀਂ ਬਰਾਦਰੀਜ਼ਮ ਤੇ ਫਿਰਕਾਵਾਰੀਅਤ ਤੇ ਯਕੀਨ ਰੱਖਦੇ ਜੇ ਤੇ ਤੁਸੀਂ ਨੈਸ਼ਨਲਿਸਟ ਨਹੀਂ ਜੇ। ਮੈਂ ਮੌਲਵੀਆਂ ਦਾ ਬੜਾ ਖਿਲਾਫ ਹਾਂ, ਪਰ ਮੈਂ ਮੌਲਵੀਆਂ ਵਾਲਾ ਫਤਵਾ ਦੇ ਰਿਹਾ ਕਿ ਜੇ ਤੁਸੀਂ ਬਰਾਦਰੀਜ਼ਮ ਯਾਨੀ ਰੇਸਿਜ਼ਮ ਤੇ ਸੈਕਟੇਰੀਅਨਿਜ਼ਮ, ਫਿਰਕਾਵਾਰੀਅਤ ਤੇ ਯਕੀਨ ਰੱਖਦੇ ਹੋ ਤੇ ਤੁਸੀਂ ਕੁਝ ਵੀ ਹੋ ਸਕਦੇ ਹੋ, ਕੁਝ ਵੀ ਆਪਣੇ ਆਪ ਨੂੰ ਕਹਿਲਾ ਸਕਦੇ ਹੋ, ਪਰ ਨੈਸ਼ਨਲਿਸਟ ਨਹੀਂ ਕਰਾ ਸਕਦੇ। ਨੈਸ਼ਨਲਿਸਟ ਧਰਤੀ ਨਾਲ ਜੁੜਿਆ ਬੰਦਾ ਹੈ, ਉਹ ਧਰਤੀ ਨਾਲ ਜੁੜਿਆ ਮਾਨਸ ਹੈ, ਉਹ ਮਾਂ ਬੋਲੀ ਨਾਲ ਜੁੜਿਆ ਮਾਨਸ, ਉਹ ਜੁਗਰਾਫੀਆ ਨਾਲ ਜੁੜਿਆ ਹੈ। ਉਹਦੇ ਵਿੱਚ ਕੋਈ ਹਿੰਦੂ ਹੋਏ, ਕੋਈ ਸਿੱਖ ਹੋਏ, ਕੋਈ ਮਸੀਹੀ ਹੋਏ, ਕੋਈ ਅਹਿਲੇ ਹਦੀਸ ਹੋਏ, ਕੋਈ ਫਿਕਾ ਜਾਫਰੀਆ ਹੋਏ, ਕੋਈ ਅਹਿਲੇ ਸੁन्नत वल जमात होए, बरेलवी होए, देवबंदी होए, सूफी सुन्नी होए, ਉਹਦੇ 'ਚ ਕਿਸੇ ਨੂੰ ਕੋਈ ਉਹਦੇ ਮਸਲਕ ਤੇ ਮਜ਼ਹਬ ਦੀ ਬੁਨਿਆਦ ਤੇ ਫੌਕੀਅਤ ਹਾਸਲ ਹੋ ਹੀ ਨਹੀਂ ਸਕਦੀ। ਅਗਰ ਤੁਸੀਂ ਸਮਝਦੇ ਹੋ ਕਿ ਤੁਹਾਡੇ ਫਿਰਕੇ ਦੀ ਬੁਨਿਆਦ ਤੇ ਜਾਂ ਤੁਹਾਡੇ ਮਜ਼ਹਬ ਦੀ ਬੁਨਿਆਦ ਤੇ ਤੁਹਾਨੂੰ ਤਰਜੀਹ ਮਿਲ ਜਾਏਗੀ ਨੈਸ਼ਨਲਿਜ਼ਮ 'ਚ, ਤੇ ਇਹ ਝੂਠ ਹੈ, ਉਹ ਨੈਸ਼ਨਲਿਜ਼ਮ ਹੈ ਹੀ ਨਹੀਂ। ਅਗਰ ਤੁਸੀਂ ਇਸ ਚੀਜ਼ ਤੇ ਯਕੀਨ ਰੱਖਦੇ ਹੋ ਤੇ ਮਾਫ ਕਰਨਾ, ਤੁਸੀਂ ਕਿਸੇ ਸੈਕਟੇਰੀਅਨ ਜਮਾਤ 'ਚ ਚਲੇ ਜਾਓ, ਕਿਸੇ ਮਜ਼ਹਬੀ ਜਮਾਤ ਦਾ ਹਿੱਸਾ ਬਣ ਜਾਓ, ਤੁਸੀਂ ਕੌਮ ਪ੍ਰਸਤ ਨਹੀਂ ਹੋ ਸਕਦੇ। ਅਗਰ ਤੁਸੀਂ ਇਹਨਾਂ ਚੀਜ਼ਾਂ 'ਤੇ ਯਕੀਨ ਰੱਖਣਾ ਹੈ ਤਾਂ ਤੁਸੀਂ ਕੌਮ ਪ੍ਰਸਤ ਨਹੀਂ ਹੋ ਸਕਦੇ। ਇਹ ਮੈਂ ਤੁਹਾਨੂੰ ਲਿਖ ਕੇ ਦੇ ਰਿਹਾ। ਅਗਰ ਤੁਸੀਂ ਇਹ ਤਫਰੀਕ ਪਾਉਣੀ ਹੈ ਨਸਲ ਦੀ ਜਾਂ ਮਸਲਕ ਮਜ਼ਹਬ ਦੀ ਕੌਮ ਪ੍ਰਸਤੀ ਦੇ ਵਿੱਚ, ਤੇ ਫਿਰ ਤੁਸੀਂ ਕੌਮ ਪ੍ਰਸਤ ਨਹੀਂ ਹੋ। ਮਾਫ ਕਰਨਾ, ਫਿਰ ਤੁਸੀਂ ਕਿਸੇ ਨਾ ਕਿਸੇ ਮਜ਼ਹਬੀ ਸਿਆਸੀ ਜਮਾਤ ਜਾਂ ਕਿਸੇ ਨਾ ਕਿਸੇ ਸੈਕਟੇਰੀਅਨ ਆਊਟਫਿਟ ਦਾ ਹਿੱਸਾ ਹੋ ਸਕਦੇ ਹੋ, ਪੰਜਾਬੀ ਨੈਸ਼ਨਲਿਜ਼ਮ ਦਾ ਹਿੱਸਾ ਨਹੀਂ ਹੋ ਸਕਦੇ ਹੋ। ਇਸ ਵਾਸਤੇ ਕਿ ਇਹ ਧਰਤੀ ਉਦੋਂ ਵੀ ਸੀ ਜਦੋਂ ਇੱਥੇ ਕੋਈ ਮਜ਼ਹਬ ਨਹੀਂ ਸੀ, ਇਹ ਧਰਤੀ ਅੱਜ ਵੀ ਇਹ ਜਦੋਂ ਇੱਥੇ ਕਈ ਮਜ਼ਹਬ ਨੇ। ਜਿਹੜੀ ਨੋਨ ਹਿਸਟਰੀ ਸਾਡੀ ਇੱਥੋਂ ਦੀ, ਸਬ ਕੰਟੀਨੈਂਟ ਦੀ, ਇੰਡੀਆ ਦੀ, ਇੰਡੀਆ ਦੇ ਵਿੱਚ ਪੰਜਾਬ ਦੀ, ਹਿੰਦੁਸਤਾਨ ਦੀ, ਇਹਦੀ ਜਿਹੜੀ ਨੋਨ ਹਿਸਟਰੀ ਹੈ ਨਾ ਜੀ, ਜਿਹੜੀ ਜਿਹਨੂੰ ਮਾਲੂਮ ਤਾਰੀਖ ਕਹਿੰਦੇ ਅਸੀਂ, ਉਹਦੇ ਵਿੱਚ ਸਾਨੂੰ ਇਹ ਇਲਮ ਨਹੀਂ ਹੈ ਕਿ ਜਿਹੜੇ ਹੜੱਪੇ ਦੇ ਵਾਸੀ ਸਨ ਉਹਨਾਂ ਦਾ ਮਜ਼ਹਬ ਕੀ ਸੀ। ਮਾਲੂਮ ਤਾਰੀਖ 'ਚ ਜਿਹੜਾ ਕਦੀਮ ਤਰੀਨ ਮਜ਼ਹਬ ਹੈ ਉਹ ਹਿੰਦੂ ਮਤ, ਜਿਹੜੀ ਮਾਲੂਮ ਤਾਰੀਖ ਹੈ ਸਾਡੀ ਇੱਥੇ ਮੌਜੂਦ ਇਸ ਖਿੱਤੇ ਦੀ। ਉਸ ਤੋਂ ਬਾਅਦ ਬੁੱਧ ਮਤ ਆ ਗਿਆ, ਫਿਰ ਜੈਨ ਮਤ ਆ ਗਿਆ। ਜੈਨ ਔਰ ਬੁੱਧ ਅੱਗੇ ਪਿੱਛੇ ਨੇ, मे भी मैं तरतीब से गलती कर रहा हाँ। जैन मत आया, बुद्ध मत आया, हिंदू मत तो बाद
ਫਿਰ ਹਿੰਦੂ ਮਤ ਦਾ ਰਿਵਾਈਵਲ ਹੋਇਆ, ਵਾਪਸੀ ਹੋਈ ਉਹਦੀ। ਜਦੋਂ ਉਹਦੀ ਵਾਪਸੀ ਹੋਈ ਨਾ, ਤੇ ਉਹਨਾਂ ਅਸ਼ੋਕੇ ਨੂੰ, ਤੁਹਾਨੂੰ ਪਤਾ, ਬਹੁਤ ਖੂਨ ਬਹਾਇਆ। ਉਹਨੇ ਬੜੇ ਬੁੱਧਿਸਟ ਕਤਲ ਕੀਤੇ, ਲੱਖਾਂ ਦੇ ਹਿਸਾਬ 'ਚ ਬੁੱਧਿਸਟ ਕਤਲ ਕੀਤੇ, ਚੰਡ ਅਸ਼ੋਕ ਖਵਾਇਆ। ਉਹਨੇ ਬੇਸ਼ੁਮਾਰ ਧਰਤੀ ਦੇ ਪੁੱਤਰ ਮਾਰੇ ਮਜ਼ਹਬ ਦੀ ਬੁਨਿਆਦ ਤੇ, ਬੁੱਧ ਮਾਰੇ, ਜੈਨ ਮਤ ਨੂੰ ਕ੍ਰਸ਼ ਕਰਤਾ ਹਿੰਦੂਇਜ਼ਮ ਨੇ। ਫਿਰ 1000 ਸਾਲ ਪਹਿਲੇ ਸਾਡੇ ਇੱਥੇ ਸੂਫੀ ਆਏ, ਉਹਨਾਂ ਆ ਕੇ ਆਹਿਸਤਾ ਆਹਿਸਤਾ ਇੱਥੇ ਲੋਕਾਂ ਨੂੰ ਇਸਲਾਮ ਦੀ ਤਰਗੀਬ ਦਿੱਤੀ। ਉਹਨਾਂ ਨੂੰ ਊਂਚ ਨੀਚ ਚੋਂ ਕੱਢਿਆ, ਜ਼ਾਤ ਪਾਤ ਚੋਂ ਕੱਢਿਆ, ਨਸਲ ਪ੍ਰਸਤੀ ਚੋਂ ਕੱਢਿਆ, ਜਿਹੜੇ ਟੈਬੂ ਸਨ ਇੱਥੋਂ ਦੇ ਹਿੰਦੂ ਮਤ ਤੇ। ਫਿਰ ਉਹਨਾਂ ਨੂੰ ਇਸਲਾਮ ਵੱਲ ਲਿਆਏ। ਫਿਰ ਗਜ਼ਨਵੀ ਆ ਗਿਆ 1000 ਸਾਲ ਪਹਿਲੇ, ਉਹਨੇ ਵੀ ਰੱਜ ਕੇ ਖੂਨ ਵਹਾਇਆ। ਉਧਰ ਮੁਲਤਾਨ ਤੱਕ ਮੁਹੰਮਦ ਬਿਨ ਕਾਸਮ ਆਇਆ, ਇੱਧਰ ਗਜ਼ਨਵੀ ਆ ਗਿਆ। ਫਿਰ ਮਤਲਬ ਤੁਸੀਂ ਅੰਦਾਜ਼ਾ ਕਰੋ। ਅੱਛਾ ਸੌਰੀ, ਇਹਦੇ ਵਿੱਚ ਫਿਰ ਇੱਕ ਹੋਰ ਮਜ਼ਹਬ ਵੀ ਆਇਆ, ਉਹ ਹੈ ਕ੍ਰਿਸਚੈਨਿਟੀ। ਮਸੀਹੀ ਬਰਾਦਰੀ ਆਈ, ਉਹਨਾਂ ਵੀ ਇਹੀ ਮੈਸੇਜ ਦਿੱਤਾ ਜਿਹੜਾ ਇਸਲਾਮ ਨੇ ਆਲਮੋਸਟ ਦਿੱਤਾ ਸੀ। ਬਲਕਿ ਮਸੀਹੀ ਬਰਾਦਰੀ 'ਚ ਤਾਂ ਸਾਰੇ ਤਕਰੀਬਨ ਆਲਮੋਸਟ ਜਿਹੜੇ ਲੋ ਕਾਸਟਾਂ ਸਨ, ਉਹਨਾਂ ਜ਼ਿਆਦਾ ਕ੍ਰਿਸਚੈਨਿਟੀ ਕਬੂਲ ਕੀਤੀ। ਉਹਨਾਂ ਆ ਕੇ ਮਤਲਬ ਜਿਹੜੇ ਦਲਿਤ ਸਨ ਜ਼ਿਆਦਾ ਅਕਸਰੀਅਤ 'ਚ, ਉਹਨਾਂ ਨੂੰ ਇੱਕ ਇੱਜ਼ਤ ਮਿਲੀ। ਉਹਨਾਂ ਕਿਹਾ ਜੀ ਇਸ ਮਜ਼ਹਬ 'ਚ, ਇਸ ਧਰਮ 'ਚ ਬ੍ਰਾਹਮਣ ਤੇ ਜਿਹੜਾ ਦਲਿਤ ਹੈ ਉਹ ਬਰਾਬਰ ਹੈ, ਸ਼ੂਦਰ ਇੱਕ ਬਰਾਬਰ ਨੇ। ਫਿਰ ਇਹ ਪੈਗਾਮ ਇਸਲਾਮ ਨੇ ਜ਼ਿਆਦਾ ਮੁਅੱਸਰ ਤਰੀਕੇ 'ਚ ਸਾਡੇ ਸੂਫੀਆ ਇਕਰਾਮ ਨੇ ਦਿੱਤਾ, ਔਲੀਆ ਅੱਲਾ ਨੇ ਦਿੱਤਾ, ਔਰ ਇਨਸਾਨ ਦੀ ਤਫਰੀਕ ਖਤਮ ਕੀਤੀ। ਬਾਬੇ ਬੁੱਲੇ ਸ਼ਾਹ ਨੇ ਵਾਜ਼ੇ ਤੌਰ ਤੇ ਮਜ਼ਹਬ ਮਸਲਕ ਦੀ ਬੁਨਿਆਦ ਤੇ ਤਫਰੀਕ ਨੂੰ ਇਨਸਾਨੀਅਤ ਦੇ ਮੈਦਾਨ ਤੋਂ ਰੱਦ ਕੀਤਾ। ਉਹਨੇ ਕਿਹਾ ਕਿ ਜੀ ਇਹ ਕੋਈ ਵਡਿਆਈ ਨਹੀਂ, ਵਡਿਆਈ ਇਹ ਕਿ ਤੁਸੀਂ ਬੰਦੇ ਦੇ ਕਿੰਨਾ ਕੰਮ ਆਉਂਦੇ ਹੋ, ਤੁਹਾਡੇ 'ਚ ਇਨਸਾਨੀਅਤ ਕਿੰਨੀ। ਬਹਰਹਾਲ ਇਹ 4 ਮਜ਼ਾਹਿਬ ਇੱਥੇ ਜਿਹੜੇ ਨੋਨ ਨੇ, ਮਾਰੂਫ ਨੇ। ਇਹ 4 ਮਜ਼ਾਹਿਬ ਮਤਲਬ ਹਿੰਦੂਇਜ਼ਮ, ਜੈਨਿਜ਼ਮ ਜਿਹੜਾ ਹਿੰਦੂਇਜ਼ਮ ਦੀ ਇੱਕ ਸ਼ਾਖ ਹੈ, ਫਿਰ ਬੁੱਧ ਮਤ, ਫਿਰ ਕ੍ਰਿਸਚੈਨਿਟੀ, ਔਰ ਮੇਰੇ ਖਿਆਲ 'ਚ 5ਵਾਂ ਜਿਹੜਾ ਉਹ ਇਸਲਾਮ ਸਾਡਾ। ਇਹ ਮਜ਼ਾਹਿਬ ਹੈ। ਹੁਣ ਤੁਸੀਂ ਮੈਨੂੰ ਦੱਸੋ, ਤੁਸੀਂ ਇੱਥੋਂ ਇੰਡੀਆ ਤੋਂ ਨਿਕਲ ਕੇ ਜਸਟ ਅਰਬ ਹੀ ਚਲੇ ਜਾਓ, ਹਿਜਾਜ਼ ਮੁਕੱਦਸ 'ਚ ਚਲੇ ਜਾਓ। 1400 ਸਾਲ ਪਹਿਲੇ ਇਸਲਾਮ ਤਾਂ ਨਹੀਂ ਸੀ, ਲੇਕਿਨ ਧਰਤੀ ਮੌਜੂਦ ਸੀ, अरबी जुबान मौजूद सी। कुरान पाक 1400 साल पहले नाजिल होया रसालत माब सल्लल्लाहु अलैहि वसल्लम ते, उस तो पहले अरबी तो मौजूद सी। लिहाजा की है कि असी ये तो कह सकते हैं कि कुरान पाक कलाम अल्लाह अरबी च नाजिल होया, लेकिन अरबी जिहड़ी है वो कलाम अल्लाह च नाजिल नहीं हुई, वो पहले तो मौजूद सी इबरानी की शक्ल च। इस तरह इस धरती ते मज़ाहिब आउंदे रहे, मुख्तलिफ लोग आए, मुख्तलिफ मज़ाहिब आए, लेकिन धरती हो ही रही, लोग हो ही रहे, जमीन ज़्यादा हो ही रहे। उन्हें अपने अपने मसलक बदल लै, मजहब बदल लै, जो जो उन्होंने बेहतर लग्या, जिमें उन्होंने समझ। लेकिन धरती की वंड नहीं हुई, बंदियां की आपस च वंड नहीं हुई। भाईचारा मौजूद सी, 47 तो पहले भी मौजूद सी, हिंदुओं के मुसलमानों के भी मौजूद सी, सिखां के मुसलमानों के भी मौजूद सी। मैं अपनी वालदा का कई बारी किस्सा तुहानूं सुनाया कि उन्होंने एक सहेली हुंदी सी मेरी खाला दी ते मेरी वालदा दी, पाकिस्तान बनने तो पहले शांति। तो जदों ये आन लगे इत्थे वापस, तो वो बहुत रोंदी सी, तो वो वालदैन वालद हुंदा उहनूं फड़ के लै मेरे नाने कोल कि शाह जी ये तुहाडीआं धीआं दी सहेली, इहनूं भी नाल लै जाओ, ये भी तुहाडी धी है, ਇਹਨੂੰ ਆਪਣੀ ਧੀ ਬਣਾ ਲਓ, ਇਹ ਰੋਂਦੀ ਰਹਿੰਦੀ ਇੱਥੇ, ਇਹਨੇ ਮਰ ਜਾਣਾ ਸਾਡੇ ਕੋਲ, ਤੁਸੀਂ ਇਹਨੂੰ ਆਪਣੇ ਨਾਲ ਲੈ ਜਾਓ। ਭਾਈਚਾਰੇ ਦਾ ਲੈਵਲ ਹੈ। ਹੁਣ ਇਸ ਚੀਜ਼ ਦੇ ਵਿੱਚ ਅਗਰ ਇਹ ਜਿਹੜਾ ਸਾਡਾ ਪੰਜਾਬ ਹੈ ਇਹ ਚੁੱਕੇ ਜ਼ਿਆਦਾ ਸਫਰ ਕਰ ਰਿਹਾ, ਉਧਰ ਇੰਨਾ ਨਹੀਂ ਹੈ ਮਸਲਾ। ਇਧਰ ਇਹ ਜਿਹੜਾ ਸੈਕਟੇਰੀਅਨਿਜ਼ਮ ਹੈ ਇਹ ਖਾ ਗਿਆ ਹੈ, ਇਹ ਖਾ ਗਿਆ ਹੈ ਸਾਡੀ ਰਹਿਤਲ ਨੂੰ, ਇਹ ਖਾ ਗਿਆ ਹੈ ਸਾਡੇ ਇਤਿਹਾਦ ਇਤਫਾਕ ਨੂੰ, ਸਾਡੇ ਭਾਈਚਾਰੇ ਨੂੰ, साड़ी हर शह नूं 8वीं पास मौलवी खा गया, समझ लो। और असी एडे दाने हाँ, असी PhD स्कॉलर हो के उहदे पिछे खलो के
ਇਸ ਵੰਡ ਦੇ ਵਿੱਚ ਸ਼ਰੀਕ ਹੋ ਜਾਂਦੇ ਹਾਂ। ਸਾਡੀ ਦਨਾਈ ਦਾ ਇਹ ਲੈਵਲ। ਉਹ ਕੋਈ ਜਿਹੜਾ ਉਹ ਮੌਲਵੀ ਅਰਬਾਂ ਦੇ ਪਿੱਛੇ ਲੱਗਿਆ, ਕੋਈ ਜਿਹੜਾ ਉਹ ਸ਼ੀਆ ਮੌਲਵੀ ਉਹ ਇਰਾਨੀਆਂ ਦੇ ਪਿੱਛੇ ਲੱਗਿਆ। ਆਪਣੀ ਧਰਤੀ ਦਾ ਮਾਨ ਕੋਈ ਨਹੀਂ, ਉਹਦਾ ਸਮਾਨ ਕੋਈ ਨਹੀਂ, ਆਪਣੀ ਜ਼ਬਾਨ ਦਾ ਮਾਨ ਸਮਾਨ ਕੋਈ ਨਹੀਂ। ਅੜੱਪੇ ਦੀ ਖੁਦਾਈ ਤੇ ਜਮਾਤ ਦੇ ਅਮੀਰ ਆਖਿਆ, ਉਹਨੇ ਕਿਹਾ ਜੀ ਇਹਨੂੰ ਬਲਡੋਜ਼ ਕਰ ਦਿਓ, ਇਹ ਗੈਰ ਮੁਸਲਿਮ ਤਾਰੀਖ ਹੈ। ਮਦੂਦੀ ਆਖਿਆ ਸਾਡੀ ਮਾਂ ਬੋਲੀ ਨੂੰ, ਜਮਾਤ ਦਾ ਅਮੀਰ ਮੌਲਾਨਾ ਮਦੂਦੀ, ਉਹਨਾਂ ਆਖਿਆ ਜੀ ਇਹ ਬਦ ਤਹਿਜ਼ੀਬ ਜ਼ੁਬਾਨ ਹੈ, ਇਹ ਕਿਤਾਬਾਂ 'ਚ ਲਿਖੀਆਂ ਗੱਲਾਂ ਨੇ। ਤੇ ਅਸੀਂ ਇੰਜ ਕਰਕੇ, ਉਹ ਚੁੱਕੇ ਪੰਜਾਬੀ ਨਹੀਂ ਸਨ, ਉਹਨਾਂ ਨੂੰ ਲਾਇਸੈਂਸ ਮਿਲਿਆ, ਅਸੀਂ ਉਹਨਾਂ ਲਾਹੌਰ ਮਨਸੂਰੇ 'ਚ ਬਹਿ ਕੇ ਗੱਲ ਕਰ ਲਈ, ਅੱਗੋਂ ਜਮਾਤ ਦੇ ਪੰਜਾਬੀਆਂ ਇਹ ਗੱਲ ਸੁਣ ਲਈ। ਔਰ ਜਿਸ ਜ਼ੁਬਾਨ 'ਚ ਉਹ ਗੱਲ ਕਰ ਰਿਹਾ ਸੀ, ਉਹ ਕਿਹੜੀ ਜ਼ੁਬਾਨ ਸੀ? ਉਹ ਮੁਸਲਮਾਨਾਂ ਦੀ ਹਿੰਦੀ ਯਾਨੀ ਉਰਦੂ। ਉਹਦੇ ਵਿੱਚ ਗੱਲ ਕਰਕੇ ਉਹ ਪੰਜਾਬੀ ਨੂੰ ਬਦਤਜ਼ੀਬ ਜ਼ੁਬਾਨ ਕਹਿੰਦੇ ਨੇ, ਉਹ ਪੰਜਾਬੀ ਨੂੰ, ਸਾਡੀ ਮਾਂ ਬੋਲੀ ਨੂੰ ਕਹਿੰਦੇ ਨੇ ਜੀ ਕਿ ਇਹ ਗੈਰ ਮੁਸਲਮਾਨ ਦੀ ਜ਼ੁਬਾਨ ਹੈ। ਉਹ ਲਾਲਾ ਜ਼ੁਬਾਨਾਂ ਮੁਸਲਮਾਨਾਂ ਦੀਆਂ ਤੇ ਗੈਰ ਮੁਸਲਮਾਨਾਂ ਦੀਆਂ ਨਹੀਂ ਹੁੰਦੀਆਂ, ਜ਼ਬਾਨਾਂ ਕਦੀਮ ਨੇ। ਜ਼ਬਾਨਾਂ ਤੁਹਾਡੀ ਜਿਹੜੀ ਨੌਨ ਤਾਰੀਖ ਹੈ ਉਹਦੇ ਤੋਂ ਪਹਿਲੋਂ ਦੀਆਂ ਨੇ, ਮੌਜੂਦ ਨੇ। ਇਸਲਾਮ 1400 ਸਾਲ ਪਹਿਲੇ ਆਇਆ, ਅਰਬੀ ਉਸ ਤੋਂ ਹਜ਼ਾਰਾਂ ਸਾਲ ਪਹਿਲੇ ਮੌਜੂਦ ਸੀ, ਪੰਜਾਬੀ ਉਸ ਤੋਂ ਹਜ਼ਾਰਾਂ ਸਾਲ ਪਹਿਲੇ ਮੌਜੂਦ ਸੀ। ਖੁਦਾ ਦਾ ਵਾਸਤਾ, ਇਹ ਆਪਣਾ ਦੀਨ, ਧਰਮ, ਮਸਲਕ, ਫਿਰਕਾ, ਇਹਨੂੰ ਆਪਣੇ ਤੱਕ ਮਹਿਦੂਦ ਰੱਖੋ। ਕਿਸੇ ਨੇ ਕਿਸੇ ਦੀ ਕਬਰ 'ਚ ਨਹੀਂ ਜਾਣਾ, ਯਕੀਨ ਕਰੋ। ਅੱਜ ਤੱਕ ਮੈਂ ਨਹੀਂ ਜਾਂਦਾ ਵੇਖਿਆ ਕਿ ਕੋਈ ਕਿਸੇ ਦੀ ਕਬਰ 'ਚ ਗਿਆ ਹੋਵੇ। ਇਸ ਚੀਜ਼ 'ਚੋਂ ਨਿਕਲ ਕੇ ਆਪਣੇ ਦੁਸ਼ਮਣ ਘਰ 'ਚ ਦੁਸ਼ਮਣੀਆਂ ਪਾਲਣ ਦੀ ਬਜਾਏ ਬਾਹਰ ਦੁਸ਼ਮਣ ਲੱਭੋ, ਆਪਣੇ ਘਰੋਂ ਬਾਹਰ ਦੁਸ਼ਮਣ ਲੱਭੋ। ਸਾਡੀ ਸਭ ਤੋਂ ਵੱਡੀ ਹਮਾਕਤ ਇਹ ਹੈ ਕਿ ਅਸੀਂ ਘਰ ਦੇ ਵਿੱਚ ਦੁਸ਼ਮਣ ਲੱਭੇ ਹੁੰਦੇ ਨੇ ਤੇ ਬਾਹਰ ਦੇ ਸਲਾਮਾਂ ਕਰਨੇ ਪਏ ਹੁੰਦੇ। ਲੋਕੀ ਉਹ ਅਮਰੀਕਾ 10,000 ਕਿਲੋਮੀਟਰ ਦੂਰ ਦੁਸ਼ਮਣ ਲੱਭਦਾ ਆਪਣਾ, ਅਸੀਂ ਘਰ ਦੇ ਵਿੱਚ ਆਪਸ 'ਚ ਲੜੀ ਜਾਂਦੇ। ਔਰ ਇਹ ਚੀਜ਼ ਸਾਨੂੰ ਮਾਰ ਗਈ। ਔਰ ਐਸੀ ਕੋਈ ਕਿਆਦਤ ਨਹੀਂ ਜਿਹੜੀ ਇਹਨਾਂ ਬੁਨਿਆਦੀ ਇਸ਼ੂਜ਼ ਦੇ ਉੱਤੇ ਗੱਲ ਕਰਦੀ ਤੁਸੀਂ ਸੁਣੀ ਹੋਵੇ। ਕੋਈ ਸੁਣੀ ਹੋਵੇ ਤਾਂ ਮੈਨੂੰ ਜ਼ਰੂਰ ਇੱਥੇ ਕਮੈਂਟ 'ਚ ਮੈਂਸ਼ਨ ਕਰ ਦੇਣਾ ਕਿ ਜੇ ਕਿਸੇ ਨੇ, ਤੇ ਤੁਹਾਡੇ ਕਿਸੇ ਕੌਮੀ ਲੀਡਰ ਨੇ ਇਹ ਗੱਲ ਕੀਤੀ ਹੋਵੇ ਕਿ ਸਾਨੂੰ ਬਰਾਦਰੀਜ਼ਮ ਖਾ ਗਿਆ, ਸਾਨੂੰ ਫਿਰਕਾਵਾਰੀਅਤ ਖਾ ਗਈ। ਕਿਉਂ? ਕਿਸੇ ਨੇ ਫਿਰਕਿਆਂ ਦੇ ਵੋਟ ਲੈਣੇ ਨੇ, ਕਿਸੇ ਨੇ ਬਰਾਦਰੀਆਂ ਦੇ ਵੋਟ ਲੈਣੇ ਨੇ, ਉਹਨਾਂ ਨੂੰ ਇਲੈਕਟੇਬਲਸ ਚਾਹੀਦੇ ਨੇ। ਸਾਨੂੰ ਇਲੈਕਟੇਬਲਸ ਨਹੀਂ ਚਾਹੀਦੇ, ਸਾਨੂੰ ਲੋਅਰ ਮਿਡਲ ਕਲਾਸ ਪੰਜਾਬੀ ਚਾਹੀਦਾ। ਸਾਨੂੰ ਮਿਡਲ ਕਲਾਸ ਦਾ ਪੰਜਾਬੀ ਮੰਡੀਰ ਚਾਹੀਦੀ, ਜਿਹੜੀ ਕਦੀ ਇਕਤਦਾਰ 'ਚ ਨਹੀਂ ਆਈ, ਜਿੰਦੇ ਵਾਸਤੇ ਇਕਤਦਾਰ ਨੂੰ ਸ਼ਜਰੇ ਮਮਨੂਆ ਬਣਾ ਦਿੱਤਾ ਗਿਆ। ਅਸੀਂ ਉਸ ਮੰਡੀਰ ਨੂੰ ਚਾਹੁੰਦੇ ਹਾਂ। ਸਾਨੂੰ ਕੋਈ ਵੱਡੇ ਵੱਡੇ ਕਾਦਾਵਰ ਦਰਖਤ ਨਹੀਂ ਚਾਹੀਦੇ ਆਪਣੀ ਜਮਾਤ 'ਚ, ਨਾ ਹੀ ਅਸੀਂ ਇੰਜ ਦੇ ਕਬੂਲਨੇ ਨੇ ਅੰਡੇ ਵਰਤੇ, ਛੰਡੇ ਫੂਕੇ, ਇਸਟੈਬਲਿਸ਼ ਫੇਲੀਅਰ, ਜਿਹੜੇ 70 ਸਾਲ ਤੋਂ ਇੱਥੇ ਕਦੀ MPA ਬਣਦੇ ਨੇ, ਕਦੀ MNA ਬਣਦੇ ਨੇ, ਹੁਕੂਮਤਾਂ ਦਾ ਹਿੱਸਾ ਰਹੇ ਨੇ, ਤੇ ਅਖੀਰ ਨਵਾਲਗੀ ਖੋਈ। ਆਪਣੀ ਮਾਂ ਬੋਲੀ ਤੇ ਬਸ਼ਰਮਾ ਨੇ ਕਰਾਰਦਾਦ ਪਾਸ ਕਰ ਦਿੱਤੀ ਵੀ ਇਹ ਪੰਜਾਬ ਅਸੈਂਬਲੀ 'ਚ ਪੰਜਾਬੀ ਤਕਰੀਰ ਨਹੀਂ ਕਰ ਸਕਦੇ। ਤੇ ਸਾਨੂੰ ਇੰਜ ਦਾ ਕੋਈ ਮਟੀਰੀਅਲ ਨਹੀਂ ਚਾਹੀਦਾ, ਇੰਜ ਦਾ ਮਰੂਫ ਮਟੀਰੀਅਲ। ਅਸੀਂ ਕੌਮ ਨੂੰ ਸ਼ੌਰ ਦੇਣ ਲਈ ਆਏ ਹਾਂ, ਕੌਮ ਨੂੰ ਜਗਾਉਣਾ ਹੈ, ਕੌਮ ਨੂੰ ਅਸੀਂ ਇੰਨਾ ਮਾਣ ਦੇਣਾ ਹੈ ਕਿ ਤੁਹਾਡੇ ਵਿੱਚੋਂ, ਤੁਹਾਡੇ ਬੱਚਿਆਂ ਦੇ ਵਿੱਚੋਂ ਕੋਈ ਲੀਡਰ ਉੱਠੇ, ਉਹ ਆਣ ਕਿਆਦਤ ਕਰਨ। ਇਹ ਜਮਹੂਰੀ ਨਿਜ਼ਾਮ ਹੈ, ਜਮਹੂਰੀਅਤ ਹੈ, ਇਹ ਵੋਟ ਦੀ ਤਾਕਤ ਹੈ। ਤੁਹਾਡੇ ਗਰੀਬਾਂ ਦੇ ਵੋਟਾਂ ਨਾਲ ਇਹਨਾਂ ਦੀਆਂ ਚੌਧਰਾਂ ਕਾਇਮ ਨੇ। ਤੁਹਾਡੀ ਮਿਡਲ ਕਲਾਸ ਨਾਲ, ਲੋਅਰ ਮਿਡਲ ਕਲਾਸ ਨਾਲ, ਅਪਰ ਮਿਡਲ ਕਲਾਸ ਨਾਲ, ਮਿਡਲ ਕਲਾਸ ਨਾਲ, ਅਪਰ ਨਹੀਂ, ਅਪਰ ਮਿਡਲ ਕਲਾਸ ਤਾਂ ਉਹ ਹੈ ਜਿਹਨੇ ਬੇਵਕੂਫ ਬਣਾਇਆ। ਉਹ ਜਿਵੇਂ ਮੈਂ ਕਹਿੰਦਾ ਹੁੰਦਾ ਕਿ DHA ਦੀ ਯੂਥ ਨੇ ਮਿਡਲ ਕਲਾਸ ਦੀ ਯੂਥ ਨੂੰ ਯੂਥੀਆ ਬਣਾ ਦਿੱਤਾ। ਉਹਦੀ ਗੱਲ ਨਹੀਂ ਕਰਦਾ ਮੈਂ, ਉਹਨਾਂ ਨੂੰ ਨਹੀਂ ਵਿੱਚ ਰੱਖਦਾ, ਨਹੀਂ, ਉਹ ਨਹੀਂ। ਸਾਡੇ ਛੋਟਿਆਂ ਸ਼ਹਿਰਾਂ ਦੀ, ਕਸਬਿਆਂ ਦੀ ਯੂਥ ਜਿਹਨੂੰ ਯਕੀਨ ਨਹੀਂ ਆਪਣੇ, ਅਸੀਂ ਉਹਨੂੰ ਯਕੀਨ 'ਚ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ। ਇਹ ਜਿਹੜਾ ਵਰਿਆਂ ਤੋਂ ਤੁਹਾਡੇ ਉੱਤੇ ਹੁਕਮਰਾਨੀ ਕਰਦੇ ਚਲੇ ਆ ਰਹੇ ਨੇ, ਇਹਨਾਂ ਅੱਜ ਤੱਕ ਤੁਹਾਨੂੰ ਕੁਝ ਨਹੀਂ ਦਿੱਤਾ, ਕੋਈ ਸ਼ੈ ਨਹੀਂ ਦਿੱਤੀ ਤੁਹਾਨੂੰ, ਕੋਈ ਮੁੱਲ ਨਹੀਂ ਵਟਾਇਆ, ਤੁਹਾਨੂੰ ਲੜਾਇਆ। ਕਦੀ ਨਸਲ
ਬਰਾਦਰੀ ਦੀ ਬੁਨਿਆਦ ਤੇ, ਕਦੀ ਫਿਰਕੇ ਦੀ ਬੁਨਿਆਦ ਤੇ ਆਪਣੇ ਮਫਾਦਾਤ ਦੀ ਖਾਤਰ ਲੜਾਇਆ ਔਰ ਲੜਾ ਕੇ ਕਿਸੇ ਇੱਕ ਨੂੰ ਥਾਪੜੀ ਦਿੱਤੀ, ਕਿਸੇ ਇੱਕ ਦਾ ਪਰਚਾ ਕਟਾਤਾ। ਆਹ ਸਿਆਸਤ ਪੰਜਾਬ 'ਚ 70 ਸਾਲਾਂ 'ਚ ਹੋਈ। ਕਿਸੇ ਦਾ ਜਾ ਕੇ ਚੋਰੀ ਦਾ ਪਰਚਾ ਛਡਾ ਲਿਆ, ਕਿਸੇ ਤੇ ਝੂਠਾ ਚੋਰੀ ਦਾ ਪਰਚਾ ਕਰਾ ਦਿੱਤਾ, ਕਿਸੇ ਤੇ ਜ਼ਨਾ ਦਾ ਪਰਚਾ ਕਰਵਾ ਦਿੱਤਾ, ਕਿਸੇ ਦਾ ਜ਼ਨਾ ਦਾ ਪਰਚਾ ਖਤਮ ਕਰਾ ਦਿੱਤਾ, ਕਿਸੇ ਦਾ ਕਤਲ ਕਰਵਾ ਦਿੱਤਾ, ਕਿਸੇ ਦਾ ਕਤਲ ਦਾ ਪਰਚਾ ਖਤਮ ਕਰਾ ਦਿੱਤਾ। ਆਹ ਟੋਟਲ ਸਿਆਸਤ ਹੈ ਪੰਜਾਬੀ ਜਿਹੜੀ ਅਸ਼ਰਾਫੀਆ ਹੈ, ਸਿਆਸੀ ਅਸ਼ਰਾਫੀਆ, ਬਾਇਸੇ ਸ਼ਰਮ ਅਸ਼ਰਾਫੀਆ, ਇਹਨੇ ਅੱਜ ਤੱਕ ਇਹ ਟੋਟਲ ਸਿਆਸਤ 70 ਸਾਲਾਂ 'ਚ ਆ ਕੀਤੀ। ਰੱਸਾਗੀਰੀ ਕੀਤੀ ਹੈ, ਮੱਝਾਂ ਖਲਾਈਆਂ ਲੋਕਾਂ ਦੀਆਂ, ਚੋਰੀਆਂ ਕਰਾਈਆਂ ਨੇ, ਹੋਰ ਇਹਨਾਂ ਕੱਖ ਨਹੀਂ ਕੀਤਾ। ਆ ਨਾਮ ਨਿਹਾਤ ਤਬਦੀਲੀ ਦੇ ਵਿੱਚ ਵੀ ਸਾਰੀ ਇਹੋ ਅਸ਼ਰਾਫੀਆ ਬੈਠੀ, ਇਮਰਾਨ ਖਾਨ ਦੇ ਨਾਲ ਵੀ ਸਾਰੀ ਇਹੋ ਲੋਕ ਬੈਠੇ। ਮੈਨੂੰ ਅਕਸਰ ਲੋਕ ਕਹਿੰਦੇ ਕਿ ਜੀ ਤੁਸੀਂ ਇਤਸਾਬ ਤੋਂ ਮੁਤਮਈਨ क्यों? और मैं यार दो तरफा करोगे तो फिर है ना। और नहीं वो ऊपर से शुरू करते हैं ना, ऊपर से एग्जाम्पल बनाए ऊपर से। और मैं क्या पिछले 35 साल तो असी ये वाहियात किस्म का आर्गूमेंट सुनते आए हैं कि ऊपर से एग्जाम्पल बनाए, उपरों एग्जाम्पल शुरू होंगी वजीर आजम तो उत्ते ही खत्म हो जाती। वो कदी MNA MPA के लैवल तक नहीं आती, कदी वो मिसाल जी थले तक नहीं आती। फिर सब तो जालम और सब तो करप्ट और सब तो ज्यादा राशि और गलीज तबका जड़ा है वो ब्यूरोक्रेसी ते 70 साल से हाथ ही नहीं पाया गया। जिहदे PM तो लैके चीफ सैकटरी तक करप्ट है, उन्होंने नहीं आना। मतलब ये एक बुराइयां का मजमूआ, और इस मजमूए दे विच जिन्ने विलन ने वो सारे इकट्ठे ने। ਉਹ ਮੁਕਤਦਰ ਕੁਵਤਾਂ ਨੇ ਲੇਅਰਸ ਬਣਾਈਆਂ ਨੇ ਜਿਹਦੇ ਕਰਪਟ ਲੋਕਾਂ ਦੀਆਂ। ਉਹ ਇੱਕ ਲੇਅਰ ਚੁੱਕ ਲੈਂਦੇ ਨੇ। ਉਹ ਬਚਪਨ 'ਚ ਖੇਡ ਸੁਣੀ ਦੀ ਹੁੰਦੀ ਸੀ, ਉਹ ਕਹਿੰਦੇ ਸੀ ਉਹ ਬੜੀ ਸਵਾਦੀ ਵਰਡਿੰਗ ਸੀ ਹੁੰਦੀ, ਉਕਣੀ ਮੁਕਣੀ ਕਿੰਨਾ ਭਰ, ਉਹਨੇ ਆਖਣਾ ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਇੱਥੇ ਉਹ ਹਿਸਾਬ ਹੈ, ਉਹ ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਇਹ ਇੱਕ ਕਰਪਟ ਜਾਂਦਾ ਦੂਜਾ ਆ ਜਾਂਦਾ। ਕਿਉਂ? ਕਿਉਂਕਿ ਲੀਡਰ ਤੁਹਾਡੇ ਵਿੱਚੋਂ ਨਹੀਂ, ਉਹਨੂੰ ਤੁਹਾਡੇ ਮਸਾਇਲ ਦਾ ਹੀ ਨਹੀਂ ਪਤਾ। ਉਹ ਇਮਰਾਨ ਖਾਨ ਨੂੰ ਕੀ ਤੁਹਾਡੇ ਮਸਾਇਲ ਦਾ ਪਤਾ ਯਾਰ? ਉਹ ਤਬਦੀਲੀ ਉਹ ਆਦਮੀ ਕਦੀ ਮਿਡਲ ਕਲਾਸ 'ਚ ਲੋਅਰ ਮਿਡਲ ਕਲਾਸ ਦਾ ਹਿੱਸਾ ਰਿਹਾ, ਉਹਨੂੰ ਪਤਾ ਹੋਵੇ ਸਾਡੇ ਮਸਾਇਲ ਦਾ। ਲੋਕਾਂ ਲਈ ਰੋਟੀ ਖਾਣੀ ਮੁਸ਼ਕਲ ਹੋ ਗਈ, ਜ਼ਰਈ ਸੂਬੇ ਦੇ ਵਿੱਚ ਲੋਕਾਂ ਲਈ ਰੋਟੀ ਖਾਣੀ ਮੁਸ਼ਕਲ ਹੋ ਗਈ। 12 ਰੁਪਏ ਦੀ ਰੋਟੀ ਯਾਰ, ਕੋਈ ਗੱਲ ਕਰਨ ਵਾਲੀ ਖਮੀਰੀ ਰੋਟੀ 12 ਰੁਪਏ ਦੀ ਪੰਜਾਬ ਦੇ ਵਿੱਚ, ਪੰਜਾਬ ਦੇ ਦਾਰੁਲ ਹਕੂਮਤ 'ਚ ਵਿਕਦੀ ਪਈ। ਉਹ ਸ਼ਰਮ ਨਾਲ ਡੁੱਬ ਮਰਨ ਦਾ ਮਕਾਮ ਹੈ। ਤੇ ਕੋਈ ਉਹਦਾ ਵਿਜ਼ਨ ਹੈ? उस माउफ आदमी का कोई विजन है, कोई ਉਹਦਾ ब्रेन है कि ਇਹ ਉਹ सूबा, ਇਹ ਉਹ खिता दुनिया का जिन्हों ਉਹ अंग्रेज कहता ਸੀ फूड बास्केट ऑफ द वर्ल्ड। ਇਹ दुनिया की फूड बास्केट का हाल की हो गया? ਉਹਦੀ तवज्जो नहीं, इत्थे रोटी नहीं लोगों को 3 वक्त की पूरी होंदी पई, 3 की की हुण 2 वक्त की पूरी नहीं होंदी पई। लोगों ਲਈ सब्जी पकाउणी मुश्किल होई पई। ਜ਼ਰਈ सूबे 'ਚ दुनिया के बेहतरीन खिते 'ਚ ਜ਼ਰਖੇਜ਼ तरीन खिते 'ਚ सब्जियां पकाउणियां, रोटी पकाउणी गंदम दी है जी, कणकों थोड़े पैने लोग। ते कौम नूं शौर फड़न की जरूरत है। कौम बुनियादी तौर पर अज का मौजू यही सी, बरादरीइज्म ते सैकटेरियनिज्म, जिहड़ा फिरकावारीयत। ਇਹਦੇ ਵਿੱਚੋਂ ਨਿਕਲੋ ਪੰਜਾਬੀਓ, ਇਹਦੇ ਵਿੱਚੋਂ ਨਿਕਲੋ। हर किसी ਉਹਦੇ ਉੱਤੇ ਛੱਡ ਦਿਓ। ਇਹ ਜਿਹੜਾ ਠੇਕਾ ਚੁੱਕਣਾ ਹੈ ਨਾ ਇਸਲਾਮ ਦਾ, ਜੰਨਤ ਦਾ, ਜਹੰਨਮ ਦਾ, ਤੇ ਨਾਲ ਠੇਕਾ ਚੁੱਕਣਾ ਪਾਕਿਸਤਾਨੀਅਤ ਦਾ, ਇਹ ਛੱਡ ਕੇ ਪਹਿਲੇ ਉਹ ਕੰਮ ਕਰੋ ਜਿਹੜਾ ਅੱਲਾ ਨੇ ਆਖਿਆ ਕਿ ਇਹ ਮੈਂ ਵੀ ਨਹੀਂ ਮਾਫ ਕਰਨਾ। ਉਹ ਕੰਮ ਹੈ ਹਕੂਕਲ ਇਬਾਦ। ਉਹ ਕੰਮ ਕਰੋ, ਇਨਸਾਨਾਂ ਦੇ ਕੰਮ ਆਓ, ਆਪਣੇ ਆਪ ਨੂੰ ਕਾਬਲੇ ਤਾਰੀਫ ਬਣਾਓ, ਲਾਇਕੇ ਤਹਿਸੀਨ ਬਣਾਓ ਕਿ ਲੋਕ ਤੁਹਾਨੂੰ ਫੋਲੋ ਕਰਨ। फिर कोई तुहाडे कोलों मुतासर हो के तुहाडे मजहब नूं कबूल कर लैंदा है, तुहाडे मसलक नूं कबूल करदा, उहदी मनशा है। जबरदस्ती दी इजाजत ही नहीं हैगी। ते तुसीं लोकां दियां फैसले बैठे तुमतां लांदे रहिंदे हो, सारी दिहाड़ी झूठ बोलना, शामी किसी नूं आख देना फलाना तां जी ओए, फलाना तां जी ओए, फलाना उस मसलक तो जी, फलाना उस मसलक तो, फलाना तां काफिर है जी, फलाना अहमदी। ये सारे ठेके असीं चुके ने। ते अपनी कौम का, अपनी मां धरती का, अपनी मां बोली का
ਇਸਤਸਾਲ ਅਸੀਂ ਕਰਦੇ ਚਲੇ ਆ ਰਹੇ ਹਾਂ, ਔਰ ਆਪਣਾ ਕਰਦੇ ਚਲੇ ਆ ਰਹੇ ਹਾਂ, ਔਰ ਆਪਣੇ ਬੱਚਿਆਂ ਦਾ ਕਰਦੇ ਚਲੇ ਆ ਰਹੇ ਹਾਂ, ਆਪਣੀ ਆਉਣ ਵਾਲੀਆਂ ਨਸਲਾਂ ਦਾ ਕਰਦੇ ਚਲੇ ਆ ਰਹੇ ਹਾਂ। ਵੀਰੋ ਇਹੋ ਗੱਲ ਸੀ। ਰੱਬ ਰਾਖਾ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇੰਨੀ ਦੇਰ ਬਰਦਾਸ਼ਤ ਕੀਤਾ। ਜੀਂਦੇ ਰਹੋ, ਵਸਦੇ ਰਹੋ।